पहला। नाभ कमल ते ब्रह्मा उपजे, वेद पढ़े मुख कंठ सवार। ताको अंत न जाई लखना, आवत जात रह गुबार। प्रीतम क्यों बिसरै मेरे प्राण आधार, जाकी भगत करें जन पूरे। मुन जन सेवें गुर विचार। रहाओ रव सस दीपक जाके त्रिभवन, एका जोत मुरार। गुरमुख होए सो ऐनस निर्मल, मनमुख रैन अंधार। सिद्ध समाध करै नित चघरा, दोह लोचन क्या हेरै। अंतर जोत शब्द तुन जागै, सतगुर चघर नबेरै। सुर नर नाथ बेअंत अजूनी, साचै महल अपारा। नानक सहज मिले जग जीवन, नदर करो निस्तारा। वाहिगुरु जी का खालसा, वाहिगुरु जी की फतेह। धन धन श्री गुरु नानक देव सच्चे पातशाह जी ਜਗਿਆਸੂਆਂ ਨੂੰ, ਜੀਵਾਂ ਨੂੰ ਉਹ ਸਿੱਧਾ, ਸਰਲ ਅਤੇ ਸੁਖੈਨ ਮਾਰਗ ਦੱਸਦੇ ਹਨ, ਜਿਸ ਮਾਰਗ ਤੇ ਚੱਲ ਕੇ ਅਸੀਂ ਆਪਣੇ ਮਨੁੱਖਾ ਜੀਵਨ ਨੂੰ ਸਫਲ ਕਰ ਸਕਦੇ ਹਾਂ। ਇਸ ਪਾਵਨ ਸ਼ਬਦ ਦੇ ਅੰਦਰ ਰਹਾਉ ਦੀ ਪੰਕਤੀ ਵਿੱਚ ਮਹਾਰਾਜ ਫਰਮਾਉਂਦੇ ਨੇ, ਪ੍ਰੀਤਮ ਕਿਉਂ ਬਿਸਰੈ ਮੇਰੇ ਪ੍ਰਾਣ ਆਧਾਰ। ਸਭ ਤੋਂ ਮੁੱਢਲੀ ਤੇ ਬੁਨਿਆਦੀ ਗੱਲ ਇਹ ਹੈ ਕਿ ਉਹ ਪਰਮਾਤਮਾ ਜੋ ਮੇਰੇ ਪ੍ਰਾਣਾਂ ਦਾ ਆਧਾਰ ਹੈ, ਜਿਸ ਦੀ ਜੋਤ ਕਰਕੇ ਮੈਂ ਜਿਉਂਦਾ ਹਾਂ, ਜਿਸ ਦੀ ਜੋਤ ਕਰਕੇ ਮੇਰਾ ਇਸ ਸੰਸਾਰ ਨਾਲ ਸੰਬੰਧ ਹੈ। ਜਿਵੇਂ ਅਸੀਂ ਆਮ ਤੌਰ 'ਤੇ ਕਹਿ ਦਿੰਦੇ ਹਾਂ ਵੀ ਜੀ ਮੈਂ ਉਸ ਨੂੰ ਕਿਵੇਂ ਭੁੱਲ ਸਕਦਾ, ਉਹਦੇ ਮੇਰੇ ਉੱਤੇ ਇਤਨੇ ਪਰਉਪਕਾਰ ਹਨ, ਇੰਨੀਆਂ ਬਖਸ਼ਿਸ਼ਾਂ ਹਨ, ਅਹਿਸਾਨ ਹਨ, ਮੈਂ ਉਹਨੂੰ ਕਦੇ ਭੁੱਲ ਨਹੀਂ ਸਕਦਾ। ਸੱਚਮੁੱਚ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਭਾਈ ਸਭ ਤੋਂ ਪਹਿਲੀ ਗੱਲ ਇਹ ਦ੍ਰਿੜ ਕਰਨ ਦੀ ਲੋੜ ਹੈ ਕਿ ਐਸਾ ਪਰਮਾਤਮਾ ਜਿਹਦੀ ਜੋਤ ਦੇ ਆਸਰੇ ਮੇਰੇ ਪ੍ਰਾਣ ਟਿਕੇ ਹੋਏ, ਤੇ ਇਹੋ ਜਿਹਾ ਪਰਮਾਤਮਾ ਕਿਉਂ ਭੁੱਲੇ। ਪ੍ਰੀਤਮ ਕਿਉਂ ਬਿਸਰੈ ਮੇਰੇ ਪ੍ਰਾਣ ਆਧਾਰ। ਪ੍ਰੀਤਮ ਕਿਸ ਲਈ ਵਰਤਿਆ ਜਾਂਦਾ, ਜੋ ਪ੍ਰੀਤ ਦਾ ਮੁਜੱਸਮਾ ਹੋਵੇ, ਜੋ ਅਤੀ ਪਿਆਰਾ ਹੋਵੇ। ਹੇ ਵਾਹਿਗੁਰੂ, ਤੂੰ ਮੇਰੀ ਜ਼ਿੰਦਗੀ ਦਾ ਆਸਰਾ ਹੈ, ਮੇਰੀ ਤੇਰੇ ਚਰਨਾਂ ਵਿੱਚ ਅਰਦਾਸ ਹੈ, ਮੈਨੂੰ ਤੂੰ ਕਦੇ ਵੀ ਨਾ ਭੁੱਲ। ਪ੍ਰੀਤਮ ਕਿਉਂ ਬਿਸਰੈ ਮੇਰੇ ਪ੍ਰਾਣ ਆਧਾਰ, ਜਾ ਕੀ ਭਗਤ ਕਰੈ ਜਨ ਪੂਰੇ। ਮੁਨ ਜਨ ਸੇਵੇਂ ਗੁਰ ਵਿਚਾਰ। ਜਾ ਕੀ, ਜਿਸ ਪਰਮਾਤਮਾ ਦੀ ਭਗਤੀ, ਕਿ ਉੱਥੇ ਭਗਤ ਦੇ ਤੱਤੇ ਨੂੰ ਸਿਆਰੀ ਹੈ, ਇਸ ਲਈ ਇਹਦਾ ਅਰਥ ਹੈ ਭਗਤੀ। ਜਾ ਕੀ ਭਗਤ ਕਰੈ ਜਨ ਪੂਰੇ, ਜਿਹੜੇ ਪ੍ਰੇਮਾ ਭਗਤੀ ਨਾਲ ਉਸ ਦੀ ਭਗਤੀ ਕਰਦੇ ਰਹਿੰਦੇ ਹਨ। ਭਾਵ ਰਿਸ਼ੀ ਮੁਨੀ ਮਹਾਤਮਾ ਜੋ ਵੀ ਹਨ, ਉਹ ਗੁਰੂ ਦੀ ਦੱਸੀ ਸੂਝ ਦੇ ਆਸਰੇ ਸਦਾ ਸਿਮਰਦੇ। ਇਹ ਵੱਖਰੀ ਗੱਲ ਹੈ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅਲਾ। ਇਹ ਇੱਕ ਵੱਖਰਾ ਵਿਸ਼ਾ ਹੈ, ਪਰ ਸਾਰੇ ਹੀ ਉਸ ਦੀ ਭਗਤੀ ਕਰਦੇ। ਜਨ ਭਗਤ ਪੂਰੇ, ਜਿਹੜੇ ਮੁਕੰਮਲ ਤੌਰ 'ਤੇ ਉਸ ਨੂੰ ਸਮਰਪਿਤ ਨੇ, ਔਰ ਬੜੇ ਬੜੇ ਰਿਸ਼ੀ ਮੁਨੀ ਅਤੇ ਸੇਵਕ
ਛੇਵੇਂ ਸਿਮਦੇ ਹਨ, ਸਿਮਰਦੇ ਹਨ, ਯਾਦ ਕਰਦੇ ਨੇ ਗੁਰ ਵਿਚਾਰ, ਗੁਰੂ ਦੇ ਦੱਸੇ ਹੋਏ ਰਾਹ ਤੇ ਚੱਲ। ਤੋ ਇਹ ਹੈ ਜੀਵਨ ਦਾ ਅਸਲੀ ਮਕਸਦ। ਇਹਨੂੰ ਅਸੀਂ ਬਾਰ-ਬਾਰ ਪੜ੍ਹਾਂਗੇ, ਬਾਰ-ਬਾਰ ਵਿਚਾਰਾਂਗੇ, ਫਿਰ ਸਮਝਾਵੇ। ਪ੍ਰੀਤਮ ਕਿਉਂ ਵਿਸਰੈ ਮੇਰੇ ਪ੍ਰਾਣ ਆਧਾਰ, ਹੇ ਮੇਰੀ ਪ੍ਰੀਤ ਦੇ ਮੁਜੱਸਮੇ ਵਾਹਿਗੁਰੂ, ਤੂੰ ਮੈਨੂੰ ਕਿਉਂ ਭੁੱਲੇ। ਭਾਵ ਨਹੀਂ ਭੁੱਲਣਾ ਚਾਹੀਦਾ। ਅਸੀਂ ਆਮ ਤੌਰ 'ਤੇ ਦੁਨੀਆ ਦੇ ਵਿੱਚ ਵੇਖਦੇ ਹਾਂ ਵਿਚਰ ਕੇ ਕਿ ਜਿਹੜਾ ਬੰਦਾ ਸਾਡੇ ਨਾਲ ਕੋਈ ਅਹਿਸਾਨ ਕਰੇ, ਕੋਈ ਭਲਾਈ ਕਰੇ, ਕੋਈ ਪਰਉਪਕਾਰ ਕਰੇ, ਅਤੇ ਅਸੀਂ ਕਹਿੰਦੇ ਜੀ ਮੈਂ ਤੁਹਾਨੂੰ ਸਾਰੀ ਜ਼ਿੰਦਗੀ ਨਹੀਂ ਭੁੱਲਾਂਗਾ, ਤਥਾ ਮੈਂ ਕਦੇ ਭੁੱਲ ਨਹੀਂ ਸਕਦਾ, ਤੁਹਾਡੇ ਕੀਤੇ ਉਪਕਾਰ ਨੂੰ ਮੈਂ ਭੁੱਲ ਨਹੀਂ ਸਕਦਾ। ਬਾਣੀ ਗੁਰੂ ਜੀ ਇਸੇ ਲਈ ਸਾਨੂੰ ਬਾਰ-ਬਾਰ ਕਹਿੰਦੇ ਨੇ, ਨਿਰਗੁਣ ਆਰ ਏਆਨੀਆਂ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ। ਕਿਤਨੀ ਵੱਡੀ ਪ੍ਰੇਰਨਾ ਹੈ। ਨਿਰਗੁਣਿਆਰੇ ਜੀਵ, ਉਸ ਪਰਮਾਤਮਾ ਨੂੰ ਸਦਾ ਚੇਤੇ ਕਰ, ਜਿਸ ਪਰਮਾਤਮਾ ਨੇ ਤੈਨੂੰ ਬਣਾਇਆ ਹੈ। ਜਿਨ ਕੀਆ ਤਿਸ ਚੀਤ ਰੱਖ, ਔਰ ਫਿਰ ਕਮਾਲ ਦੀ ਗੱਲ ਹੈ ਕਿ ਉਹ ਤੇਰੇ ਨਾਲ ਨਿਭੇਗਾ, ਉਹ ਤੇਰਾ ਪੂਰਨ ਤੌਰ 'ਤੇ ਸਹਿਯੋਗ ਦੇਵੇਗਾ। ਪ੍ਰੀਤਮ ਕਿਉਂ ਵਿਸਰੈ, ਹੇ ਵਾਹਿਗੁਰੂ ਤੂੰ ਮੇਰੇ ਮਨੋਂ ਕਿਉਂ ਭੁੱਲੇ। ਮੇਰੇ ਪ੍ਰਾਣ ਆਧਾਰ, ਤੂੰ ਤੇ ਮੇਰੇ ਪ੍ਰਾਣਾਂ ਦਾ ਆਸਰਾ ਹੈ। ਤਥਾ ਉਹ ਪਰਮਾਤਮਾ ਸਾਨੂੰ ਕਿਉਂ ਭੁੱਲੇ। ਜਾ ਕੀ ਭਗਤ ਕਰੈ ਜਨ ਪੂਰੇ, ਜਿਸ ਦੀ ਭਗਤੀ ਪੂਰੇ ਜਨ, ਜਿਨ੍ਹਾਂ ਨੇ ਆਪਣੇ ਆਪ ਨੂੰ ਪਰਮਾਤਮਾ ਦੇ ਸਮਰਪਣ ਕਰ ਦਿੱਤਾ ਹੈ, ਉਹਦੀ ਭਗਤੀ ਦਿਨ ਰਾਤ ਕਰ ਰਹੇ, ਅੱਕਦੇ ਨਹੀਂ, ਥੱਕਦੇ ਨਹੀਂ, ਰੱਜਦੇ ਨਹੀਂ, ਬਾਰ-ਬਾਰ ਉਸਦਾ ਸਿਮਰਨ ਕਰ। ਮੁਨ ਜਨ ਸੇਵੈ ਗੁਰ ਵਿਚਾਰ, ਬੜੇ ਬੜੇ ਰਿਸ਼ੀ ਮੁਨੀ ਤੇ ਸੇਵਕ ਭਗਤ ਜਿਹੜੇ ਉਹ ਆਪਣੇ ਗੁਰੂ ਦੀ ਵਿਚਾਰ ਸਿੱਖਿਆ ਲੈ ਕੇ ਉਸ ਨੂੰ ਸੇਵਦੇ ਹਨ, ਸਿਮਰਦੇ ਹਨ, ਆਰਾਧਦੇ। ਲਓ ਹੁਣ ਸ਼ਬਦ ਦੇ ਆਰੰਭ ਵੱਲ ਆਈ। ਨਾਭ ਕਮਲ ਤੇ ਬ੍ਰਹਮਾ ਉਪਜੈ। ਸ਼ਾਸਤਰਾਂ ਦੇ ਕਹਿਣ ਮੁਤਾਬਕ ਪੁਰਾਣਾਂ ਵਿੱਚ ਕਥਾ ਆਉਂਦੀ ਹੈ ਕਿ ਜਿਸ ਬ੍ਰਹਮਾ ਦੇ ਰਚੇ ਹੋਏ ਵੇਦ ਪੰਡਤ ਲੋਕ ਮੂੰਹ ਗਲੇ ਨਾਲ ਮਿੱਠੀ ਸੁਰ ਵਿੱਚ ਨਿਤ ਪੜ੍ਹਦੇ ਹਨ, ਉਹ ਬ੍ਰਹਮਾ ਵਿਸ਼ਨੂੰ ਜੀ ਦੀ ਧੁਨੀ ਵਿੱਚੋਂ ਉੱਗੇ ਹੋਏ ਕੌਲ ਫੁੱਲ ਦੀ ਨਾਲ ਵਿੱਚੋਂ ਪੈਦਾ ਹੋਏ। ਆਪਣੇ ਜਨਮ ਦਾਤੇ ਦੀ ਕੁਦਰਤ ਦਾ ਅੰਤ ਲੱਭਣ ਲਈ ਉਸ ਨਾਲ ਵਿੱਚ ਚੱਲ ਪਿਆ। ਕਈ ਯੁੱਗ ਉਸ ਨਾਲ ਦੇ ਹਨੇਰੇ ਵਿੱਚ ਹੀ ਆਉਂਦਾ ਜਾਂਦਾ ਰਿਹਾ, ਪਰ ਉਸ ਦਾ ਅੰਤ ਨਹੀਂ ਲੱਭ ਸਕੇ। ਨਾਭ ਕਮਲ ਤੇ ਬ੍ਰਹਮਾ ਉਪਜੇ। ਦੇਖੋ ਪਹਿਲਾਂ ਪਾਠ ਕਰਨਾ ਹੈ, ਫਿਰ ਇੱਕ ਇੱਕ ਅੱਖਰ ਦੇ ਆਖਰੀ ਅਰਥ ਸਮਝਦੇ ਨੇ, ਫਿਰ ਉਹਦਾ ਪਿਛੋਕੜ ਸਮਝਣਾ। ਇਹ ਤਿੰਨ ਤਰੀਕੇ ਹਨ ਗੁਰਬਾਣੀ ਦੀ ਵਿਚਾਰ ਕਰਨ। ਇਹਦੇ ਨਾਲ ਗੁਰੂ ਸਾਹਿਬ ਇਹ ਨਹੀਂ ਕਹਿੰਦੇ ਵੀ ਹੈ ਨਹੀਂ ਠੀਕ ਗਲਤ, ਨਾ ਨਾ, ਇਹ ਗੱਲ ਪ੍ਰਚਲਿਤ ਹੈ ਕਿ ਨਾਭ ਕਮਲ ਤੇ ਬ੍ਰਹਮਾ ਉਪਜੇ। ਨਾਭ ਧੁਨੀ ਨੂੰ ਕਹਿੰਦੇ, ਨਾਭੀ ਵਿਸ਼ਨੂੰ ਜੀ ਦੀ ਧੁਨੀ ਵਿੱਚੋਂ ਪੈਦਾ ਹੋਏ ਕਮਲ ਫੁੱਲ ਵਿੱਚੋਂ ਬ੍ਰਹਮਾ ਨੂੰ ਪੈਦਾ ਹੋਇਆ ਪੁਰਾਣ ਦੱਸਦੇ ਹਨ। ਅਸੀਂ ਇਸ ਬਹਿਸ ਵਿੱਚ ਨਹੀਂ ਪੈਂਦੇ ਕਿ ਐਸਾ ਹੋ ਸਕਦਾ, ਨਹੀਂ ਹੋ ਸਕਦਾ। ਇਹ ਤਾਂ ਇੱਕ ਵਰਣਨ ਹੈ, ਇੱਕ ਪ੍ਰਚਲਿਤ ਗਾਥਾ ਹੈ ਕਿ ਨਾਭ ਕਮਲ ਤੇ ਬ੍ਰਹਮਾ ਉਪਜੇ। ਵੇਦ ਪੜ੍ਹੈ ਮੁਖ ਕੰਠ ਸਵਾਰ। ਜਿਸ ਬ੍ਰਹਮਾ ਦੇ ਉਚਾਰਨ ਕੀਤੇ ਹੋਏ ਵੇਦ ਪੰਡਿਤ ਲੋਕ, ਵਿਦਵਾਨ ਲੋਕ ਪੜ੍ਹਦੇ ਹਨ ਮੁਖ ਮੂੰਹ ਤੋਂ, ਔਰ ਕੰਠ ਗਲੇ ਦੁਆਰਾ ਸਵਾਰ ਸਵਾਰ ਕੇ ਬੜਾ ਰਸ ਲੈ ਲੈ ਕੇ ਉਹਨਾਂ ਮੰਤਰਾਂ ਦਾ ਉਚਾਰਨ ਕਰਦੇ। ਨਾਭ ਕਮਲ ਤੇ ਬ੍ਰਹਮਾ ਉਪਜੇ। ਵੇਦ ਪੜ੍ਹੈ ਮੁਖ ਕੰਠ ਸਵਾਰ। ਤਾਕੋ ਅੰਤ ਨ ਜਾਈ ਲਖਣਾ। ਆਵਤ ਜਾਤ ਰਹਿ ਗੁਬਾਰ। ਪਰ ਉਹ ਬ੍ਰਹਮਾ ਤਾਕੋ ਅੰਤ ਨ ਜਾਈ ਲਖਣਾ,
ਉਸ ਆਪਣੇ ਕਰਤੇ ਦੇ ਕੀਤੇ ਹੋਏ ਕੰਮਾਂ ਦੇ ਅੰਤ ਨੂੰ ਜਾਣਨ ਵਾਸਤੇ ਉਹ ਤੁਰ ਪਿਆ। ਕਹਿੰਦੇ ਨੇ ਉਸੇ ਨਾਲ ਵਿੱਚ ਡਿੱਗ ਪਿਆ ਤੇ ਕਈ ਯੁੱਗ ਤੀਕਰ ਉਹਦੇ ਵਿੱਚ ਹੀ ਚੱਕਰ ਕੱਟਦਾ ਰਿਹਾ, ਪਰ ਉਸ ਪਰਮਾਤਮਾ ਦਾ ਅੰਤ ਨਹੀਂ ਪਾ ਸਕਿਆ। ਮਹਾਰਾਜ ਨੇ ਇਸ ਲਈ ਸਾਨੂੰ ਕਿਹਾ, ਭਾਈ ਅਸੀਂ ਅੰਤ ਪਾਉਣ ਵਾਲੇ ਪਾਸੇ ਨਹੀਂ ਤੁਰਨਾ, ਅਸੀਂ ਉਸ ਦਾ ਅੰਤ ਜਾਣ ਹੀ ਨਹੀਂ ਸਕਦੇ। ਇੱਕ ਬੂੰਦ ਸਮੁੰਦਰ ਦਾ ਕੀ ਅੰਤ ਪਾਵੇ, ਇੱਕ ਕਿਰਨ ਸੂਰਜ ਦਾ ਕੀ ਅੰਤ ਪਾਵੇ। ਅਸੀਂ ਤਾਂ ਉਸ ਦਾ ਇੱਕ ਬਿਲਕੁਲ ਨਿੱਕਾ ਜਿਹਾ ਹਿੱਸਾ ਹਾਂ, ਅਸੀਂ ਉਹਦਾ ਅੰਤ ਨਹੀਂ ਪਾ ਸਕਦੇ। ਜਪਜੀ ਸਾਹਿਬ ਵਿੱਚ ਅੰਤ ਦੀ ਪੌੜੀ ਵਿੱਚ ਬੜੇ ਵੇਰਵੇ ਨਾਲ ਸਮਝਾਇਆ ਬਈ ਅੰਤ ਨ ਸਿਫਤੀ ਕਹਿਣ ਨਾ ਅੰਤ, ਅੰਤ ਨ ਕਰਨਾ ਦੇਣ ਨਾ ਅੰਤ, ਅੰਤ ਨ ਵੇਖਣ ਸੁਣਨ ਨਾ ਅੰਤ, ਅੰਤ ਨ ਜਾਪੈ ਕਿਆ ਮਨ ਮੰਤ, ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾਵਾਰ, ਅੰਤ ਕਾਰਨ ਕੀਤੇ ਬਿਲ ਲਾਹੀ, ਤਾਕੇ ਅੰਤ ਨ ਪਾਏ ਜਾਹੇ। ਇਹ ਅੰਤ ਨ ਜਾਣੇ ਕੋਈ, ਬਹੁਤਾ ਕਹੀਐ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਇਹ ਵੱਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੈ ਸੋਏ। ਜੇ ਵੱਡ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਇਹ ਪਹਿਲੀ ਪੌੜੀ ਪਹਿਲੇ ਪਦ ਵਿੱਚ ਮਹਾਰਾਜ ਨੇ ਸਮਝਾਇਆ। ਨਾਭ ਕਮਲ ਤੇ ਬ੍ਰਹਮਾ ਉਪਜੇ, ਵੇਦ ਪੜੈ ਮੁਖ ਕੰਠ ਸਵਾਰ, ਤਾਕੋ ਅੰਤ ਨ ਜਾਈ ਲਖਣ, ਆਵਤ ਜਾਤ ਰਹਿ ਗੁਬਾਰ। ਉਸ ਹਨੇਰੇ ਵਿੱਚ ਉਹ ਬ੍ਰਹਮਾ ਆਉਂਦਾ ਰਿਹਾ ਜਾਂਦਾ ਰਿਹਾ, ਭਾਵ ਕਈ ਲੰਬੇ ਸਮੇਂ ਤੀਕਰ ਉਹ ਅੰਤ ਜਾਣਨ ਦਾ ਯਤਨ ਕਰਦਾ ਰਿਹਾ, ਪਰ ਉਸ ਨੂੰ ਉਸ ਦੇ ਅੰਤ ਦਾ ਪਤਾ ਨਹੀਂ। ਇਹੋ ਜਿਹਾ ਪਰਮਾਤਮਾ ਜਿਹੜਾ ਬੇਅੰਤ ਹੈ, ਪ੍ਰੀਤਮ ਕਿਉਂ ਵਿਸਰੈ ਮੇਰੇ ਪ੍ਰਾਣ ਆਧਾਰ। ਹੇ ਮੇਰੇ ਪਿਆਰੇ, ਤੂੰ ਮੇਰੇ ਮਨੋਂ ਕਿਉਂ ਭੁੱਲਿਆ, ਤੂੰ ਮੇਰੇ ਪ੍ਰਾਣਾਂ ਦਾ ਆਧਾਰ ਹੈ। ਜਾ ਕੀ ਭਗਤ ਕਰੈ ਜਨ ਪੂਰੇ, ਜਿਸ ਦੀ ਭਗਤੀ ਪੂਰੇ ਜਨ ਉਸ ਤੇ ਸ਼ਰਧਾਲੂ ਪ੍ਰੇਮੀ ਭਗਤ ਕਰਦੇ ਹਨ। ਮੁਨ ਜਨ ਸੇਵੈ ਗੁਰ ਵਿਚਾਰ, ਬੜੇ ਬੜੇ ਰਿਸ਼ੀ ਮੁਨੀ ਭਗਤ ਜਿਹੜੇ ਨੇ ਉਹਦੀ ਸੇਵਾ ਕਰਦੇ ਨੇ, ਸਿਮਰਨ ਕਰਦੇ ਨੇ ਗੁਰੂ ਜੀ ਵਿਚਾਰ ਦੁਆਰਾ। ਰਹਾਉ ਰਵ ਸਸ ਦੀਪਕ ਜਾ ਕੇ, ਤ੍ਰਿਭਵਨ ਏਕਾ ਜੋਤ ਮੁਰਾਰ। ਜਿਸ ਪਰਮਾਤਮਾ ਦੀ ਰਚਨਾ ਦੇ ਅੰਦਰ ਰੱਬ ਕਹੀਏ ਸੂਰਜ, ਸਸ ਕਹੀਏ ਚੰਦਰਮਾ। ਇਹ ਸੂਰਜ ਅਤੇ ਚੰਦਰਮਾ ਦੋ ਛੋਟੇ ਛੋਟੇ ਦੀਵੇ ਹਨ ਜਿਹੜੇ ਦਿਨ ਰਾਤ ਰੋਸ਼ਨੀ ਦੇ ਰਹੇ ਨੇ। ਔਰ ਤ੍ਰਿਭਵਨ ਤਿੰਨਾਂ ਭਵਨਾਂ ਵਿੱਚ ਏਕਾ ਜੋਤ ਮੁਰਾਰ, ਉਹ ਪਰਮਾਤਮਾ ਜਿਸ ਦੇ ਅਨੇਕਾਂ ਨਾਵਾਂ ਵਿੱਚੋਂ ਇੱਕ ਨਾਮ ਮੁਰਾਰ ਹੈ। ਜੇ ਮੁਰਾਰ ਨੂੰ ਸੰਧੀ ਛੇਦ ਕਰੀਏ ਮੁਰ ਆਰ, ਮੁਰ ਇੱਕ ਦੈਂਤ ਦਾ ਨਾਮ ਸੀ, ਅਰ ਕਹਿੰਦੇ ਨੇ ਵੈਰੀ ਨੂੰ। ਜਿਸ ਨੇ ਮੁਰ ਦੈਂਤ ਨੂੰ ਮਾਰਿਆ ਸੋ ਕਹੀਏ ਮੁਰਾਰ। ਤੋ ਮਹਾਰਾਜ ਉਸ ਦੀ ਵਿਸ਼ਾਲਤਾ, ਉਸ ਦੀ ਵਡਿੱਤਨ ਦੱਸ ਰਹੇ ਨੇ ਕਿ ਉਹ ਪਰਮਾਤਮਾ ਇਤਨਾ ਵੱਡਾ ਹੈ। ਰਵ ਸਸ ਦੀਪਕ ਜਾ ਕੇ, ਜਿਹਦੇ ਦਰਬਾਰ ਵਿੱਚ, ਜਿਹਦੀ ਰਚਨਾ ਵਿੱਚ ਇਹ ਸੂਰਜ ਤੇ ਚੰਦਰਮਾ ਵਰਗੇ ਦੀਵੇ ਦੀ ਡਿਊਟੀ ਕਰ ਰਹੇ ਨੇ। ਤ੍ਰਿਭਵਨ ਏਕਾ ਜੋਤ ਮੁਰਾਰ, ਤ੍ਰਿਭਵਨ ਦੇ ਨਾਲੇ ਨੂੰ ਸਿਹਾਰੀ ਹੈ। ਤਿੰਨਾਂ ਭਵਨਾਂ ਵਿੱਚ ਉਸ ਮੁਰਾਰ ਦੀ ਜੋਤ ਕੰਮ ਕਰ ਰਹੀ। ਇਸ ਲਈ ਗੁਰੂ ਸਾਹਿਬ ਸਾਡਾ ਸਭ ਦਾ ਧਿਆਨ ਦਿਵਾਉਂਦੇ, ਭਾਈ ਜਾਣੋ ਜੋਤ ਨ ਪੁੱਛੋ ਜਾਤੀ। ਅਸੀਂ ਜਾਤਾਂ ਵਿੱਚ, ਅਸੀਂ ਸੋਹਣੇ ਕਸੋਹਣੇ ਵਿੱਚ ਫਸ ਜਾਂਦੇ ਨਾ, ਬਈ ਜੋਤ ਵੱਲ ਚਲੋ। ਤੇ ਉਸ ਪਰਮਾਤਮਾ ਦੀ ਜੋਤ ਤੇ ਸਾਰਿਆਂ ਵਿੱਚ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਤੈ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ।
तो पातशाह ने फरमाया, ਇਹੋ ਜਿਹਾ परमात्मा ਐਡਾ ਵੱਡਾ, ਐਡਾ ਵਿਸ਼ਾਲ, ਜਿਸ ਦਾ ਅੰਤ ਕੋਈ ਪਾ ਹੀ ਨਹੀਂ ਸਕਦਾ। ताके अंत न पाए जाहि। आख्या ਇਹੋ ਜਿਹਾ परमात्मा जिस दे घर विच रब सस दीपक जाके त्रिभवन एका जोत मुरार, तिन्ना भवनां विच उस मुरार दी जोत काम कर रही। गुरमुख होए सो ऐनस निर्मल, मनमुख रहन अंधार। ਲਓ ਹੁਣ ਪਾਤਸ਼ਾਹ ਕਹਿੰਦੇ ਜਿਹੜੇ ਤਾਂ ਗੁਰੂ ਦੇ ਵੱਲ ਮੁੱਖ ਕਰ ਲੈਂਦੇ, ਭਾਵ ਜਿਹੜੇ ਗੁਰੂ ਦੇ ਦੱਸੇ ਅਨੁਸਾਰ ਇਸ ਗੱਲ ਤੇ ਵਿਸ਼ਵਾਸ ਕਰਦੇ, ਜਿਹੜੇ ਗੁਰੂ ਦੀ ਦੱਸੀ ਹੋਈ ਗੱਲ ਨੂੰ ਸਿਰ ਮੱਥੇ ਤੇ ਮੰਨਦੇ ਹਨ, ਉਹਨਾਂ ਦਾ ਹਿਰਦਾ ਨਿਰਮਲ ਹੋ ਜਾਂਦਾ, ਉਹਨਾਂ ਦੇ ਅੰਦਰ ਕੋਈ ਭਰਮ ਭੁਲੇਖਾ ਨਹੀਂ ਰਹਿੰਦਾ। ਉਹ ਕਹਿੰਦੇ ਨੇ ਸਾਡੇ ਗੁਰੂ ਨੇ ਕਿਹਾ ਹੈ ਕਿ परमात्मा ਸਭ ਜਗ੍ਹਾ ਤੇ ਵਿਆਪਕ और उसकी जोत हर जगह कम कर रही। बलिहारी कुदरत वसिया, तेरा अंत न जाई लखिया रहाओ। जात में जोत, जोत में जाता, अकल कला भरपूर रहा। तू सच्चा साहिब सिफत सवालियो, जिन कीती तो पार पया। कहो नानक करते किया बातां, जो कुछ करना तो कर रहे आ। तो ਜਿਹੜਾ ਤੇ ਗੁਰੂ ਦੇ ਇਹਨਾਂ ਬਚਨਾਂ ਉੱਤੇ ਨਿਸ਼ਚਾ ਕਰਦਾ ਹੈ ਉਹ ਗੁਰਮੁਖ ਹੈ। ਉਹਦੇ ਹਿਰਦੇ ਵਿੱਚ ਕੋਈ ਭੁਲੇਖਾ ਨਹੀਂ, ਉਹ ਦਿਨੇ ਰਾਤੀ ਉਸ ਨਿਰਮਲ ਪਰਮਾਤਮਾ ਨਾਲ ਜੁੜਿਆ ਰਹਿੰਦਾ। ਗੁਰਮੁਖ ਹੋਏ ਸੋ ਐਨਸ ਨਿਰਮਲ, ਮਨਮੁਖ ਰਹਿਣ ਅੰਧਾਰ। ਤੇ ਜਿਹੜਾ ਮਨ ਦੇ ਪਿੱਛੇ ਤੁਰਨ ਵਾਲਾ ਉਹਦੇ ਲਈ ਅੰਧੇਰੀ ਰਾਤ ਪਈ ਰਹਿੰਦੀ, ਭਾਵ ਉਹ ਅਗਿਆਨਤਾ ਦੇ ਹਨੇਰੇ ਵਿੱਚ ਹੀ ਠੋਕਰਾਂ ਖਾਂਦਾ। ਉਹ ਪਰਮਾਤਮਾ ਦੀ ਇਸ ਮਹਾਨ ਹਸਤੀ ਨੂੰ, ਉਹਦੀ ਮਹਾਨ ਰਚਨਾ ਨੂੰ ਜਾਣਨ ਦਾ ਯਤਨ ਨਹੀਂ ਕਰਦਾ। ਗੁਰਮੁਖ ਹੋਏ ਸੋ ਐਨਸ ਨਿਰਮਲ, ਮਨਮੁਖ ਰਹਿਣ ਅੰਧਾਰ। ਹੁਣ ਦੋ ਰਸਤੇ ਹਨ, ਇੱਕ ਹੈ ਗੁਰਮੁਖਤਾਈ ਦਾ, ਇੱਕ ਹੈ ਮਨਮੁਖਤਾਈ। ਗੁਰਮੁਖ ਦਾ ਮਤਲਬ ਹੈ ਗੁਰੂ ਦੇ ਦੱਸੇ ਰਾਹ 'ਤੇ ਚੱਲਣਾ, ਤਥਾ ਗੁਰੂ ਦੇ ਬਚਨਾਂ ਉੱਤੇ ਮਨ ਬਚਨ ਕਰਮ ਕਰਕੇ ਪਹਿਰਾ ਦੇਣਾ। ਅਤੇ ਜਿਹੜੇ ਤਾਂ ਇਸ ਤਰ੍ਹਾਂ ਗੁਰੂ ਦੇ ਦੱਸੇ ਰਾਹ 'ਤੇ ਚੱਲਦੇ ਨੇ, ਐਨਿਸ ਨਿਰਮਲ, ਉਹਨਾਂ ਦੇ ਅੰਦਰ ਕੋਈ ਭਰਮ ਭੁਲੇਖਾ, ਕੋਈ ਇਸ ਤਰ੍ਹਾਂ ਦੀ ਉਲਝਣ ਪੈਦਾ ਹੀ ਨਹੀਂ ਹੁੰਦੀ। ਪਰ ਜਿਹੜੇ ਮਨ ਦੇ ਪਿੱਛੇ ਤੁਰਨ ਵਾਲੇ ਨੇ, ਉਹਨਾਂ ਲਈ ਅੰਧੇਰੀ ਰਾਤ ਕੁੱਪ ਹਨੇਰਾ ਹੈ। सिद्ध समाध करे नित झगड़ा, दो लोचन क्या हेरै। आख्या ਜਿਹੜੇ ਸਿੱਧ ਹਨ, ਜਿਹੜੇ ਸਮਾਧੀਆਂ ਲਾਉਣ ਵਾਲੇ ਹਨ, ਉਹ ਇਸ ਯਤਨ ਵਿੱਚ ਹਨ। ਉਹ ਸਮਾਧੀਆਂ ਲਾਉਂਦੇ, ਆਸਣ ਲਾਉਂਦੇ, ਤੇ ਕਈ ਤਰ੍ਹਾਂ ਦੀਆਂ ਉਲਝਣਾਂ ਵਿੱਚ ਪੈ ਰਹਿੰਦੇ। ਆਹ ਠੀਕ ਹੈ, ਉਹ ਗਲਤ ਹੈ, ਉਹ ਗਲਤ ਹੈ, ਆਹ ਠੀਕ। ਉਹ ਇਹਨਾਂ ਝਗੜਿਆਂ ਵਿੱਚ ਹੀ ਪੈ ਰਹਿੰਦੇ, ਕਿਉਂਕਿ ਉਹਨਾਂ ਨੂੰ ਕਰਮ ਕਾਂਡਾਂ ਦਾ ਏਡਾ ਵੱਡਾ ਚੱਕਰ ਹੈ। ਆਖਿਆ ਜਿਹੜੇ ਸਿਰਫ ਇਹਨਾਂ ਕਰਮ ਕਾਂਡਾਂ ਦੀ ਉਲਝਣ ਵਿੱਚ ਫਸੇ ਰਹਿੰਦੇ, ਉਹਨਾਂ ਨੂੰ ਇਹਨਾਂ ਅੱਖਾਂ ਨਾਲ ਦਰਸ਼ਨ ਨਹੀਂ ਹੁੰਦੇ। ਸਿੱਧ ਸਮਾਧ ਕਰੈ ਨਿਤ ਝਗੜਾ, ਦੋਹ ਲੋਚਨ ਕਿਆ ਹੇਰੈ। ਅੰਤਰ ਜੋਤ ਸ਼ਬਦ ਤੁਨ ਜਾਗੈ, ਸਤਿਗੁਰ ਝਗਰ ਨਬੇਰੈ। ਅਤੇ ਜਿਨ੍ਹਾਂ ਨੇ ਗੁਰੂ ਦੀ ਇਸ ਗੱਲ ਨੂੰ ਸੁਣ ਕੇ ਮੰਨ ਲਿਆ, ਉਹਨਾਂ ਦਾ ਝਗੜਾ ਗੁਰੂ ਨੇ ਖਤਮ ਕਰ ਦਿੱਤਾ, ਉਹਨਾਂ ਦੀਆਂ ਉਲਝਣਾਂ ਗੁਰੂ ਨੇ ਖਤਮ ਕਰ ਦਿੱਤੀਆਂ। ਉਹਨਾਂ ਨੂੰ ਗੁਰੂ ਨੇ ਸਮਝਾ ਦਿੱਤਾ, ਭਾਈ ਨੇੜਾ ਹੈ ਦੂਰ ਨ ਜਾਣਿਓ, ਨਿਤ ਸਾਰੇ ਸੰਭਾਲੇ। ਪਰਮਾਤਮਾ ਤੇ ਤੁਹਾਡੇ ਅੰਦਰ ਹੈ ਭਾਈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਤੋ ਜਿਨ੍ਹਾਂ ਨੇ ਗੁਰੂ ਦੀ ਗੱਲ ਸੁਣ ਕੇ ਮੰਨ ਲਈ, ਉਹਨਾਂ ਦਾ ਝਗੜਾ ਨਿਬੜ ਗਿਆ। ਬਾਕੀ ਝਗੜਿਆਂ ਵਿੱਚ ਪਏ ਹੋਏ ਨੇ। ਸਿੱਧ ਸਮਾਧ ਕਰੈ ਨਿਤ ਝਗੜਾ,
दो लोचन क्या हेरै, अंतर जोत शब्द धुन जागै, सतगुर जगर नबेरै, सुर नर नाथ बेअंत अजूनी, साचै महल अपारा। आख्या प्रभु इतना बड़ा है, सब देवते सब मनुख सब दा नाथ है, सब दा मालक वो है और बेअंत है, पर आप अजूनी है। साचै महल अपारा, उस सच्चे मालक का जिहड़ा महल टिकाणा है वो अपारा है, तथा वो परमात्मा आप अपार है। नानक सहज मिले जग जीवन, नदर करो निस्तारा। नानक जी फरमांदे ने ਜਿਹੜੇ ਗੁਰੂ ਦੇ ਦੱਸੇ ਰਾਹ ਤੇ ਚੱਲਦੇ ਉਹਦੇ ਉੱਤੇ ਵਿਸ਼ਵਾਸ ਨਿਸ਼ਚਾ ਕਰਦੇ ਨੇ, ਸਹਿਜ ਮਿਲੇ ਜਗ ਜੀਵਨ, ਉਹ ਜਗਤ ਨੂੰ ਜੀਵਨ ਦਾਨ ਦੇਣ ਵਾਲੇ ਪਰਮਾਤਮਾ ਨੂੰ ਸਹਿਜੇ ਹੀ ਪ੍ਰਾਪਤ ਕਰ ਲੈਂਦੇ ਨੇ। ਉਹਨਾਂ ਨੂੰ ਆਤਮਿਕ ਅਡੋਲਤਾ ਮਿਲ ਜਾਂਦੀ ਹੈ ਔਰ ਉਹ ਇਹੀ ਅਰਦਾਸ ਕਰਦੇ ਨੇ, ਹੇ ਵਾਹਿਗੁਰੂ ਸਾਡੇ ਤੇ ਆਪਣੀ ਮਿਹਰ ਦੀ ਨਜ਼ਰ ਕਰੋ, ਸਾਡਾ ਨਿਸਤਾਰਾ ਹੋ ਜਾਏ। तथा परमात्मा उन्होंने उत्ते मेहर की नज़र करके निस्तारा कर देंगे। वाहिगुरु जी का खालसा, वाहिगुरु जी की फतेह।